ਵਾਹਿਗੁਰੂ ਸਾਹਿਬ ਜੀਓ। ਬੇਸ਼ੁਮਾਰ ਅਥਾਹ ਅਗਨਿਤ ਅਤੁਲ, ਜੋ ਬੁਲਾਵੋ ਤਿਉ ਨਾਨਕ ਦਾਸ ਬੁਲੈ। ਜੁਗੋ ਜੁਗੋ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪਾਤਸ਼ਾਹ ਜੀ ਦੀ ਅਪਾਰ ਅਜ਼ਮਤ ਬਖਸ਼ਿਸ਼ ਅਸੀਂ ਸਵੇਰ ਸਮੇਂ ਸਤਸੰਗਤ ਦੇ ਇਹਨਾਂ ਪਲਾਂ ਨੂੰ ਪ੍ਰਾਪਤ ਕੀਤਾ ਹੈ। ਅਜੇ ਹੁਣੇ ਆਪ ਅੱਜ ਦਾ ਪਵਿੱਤਰ ਪਾਵਨ ਗੁਰਬਚਨ ਗੁਰਵਾਕ ਹੁਕਮਨਾਮੇ ਦੇ ਰੂਪ ਵਿੱਚ ਸਰਵਨ ਕਰ ਰਹੇ ਸੀ। ਇਹ ਬਚਨ ਰਾਗ ਤਨਹਾਸਰੀ ਵਿੱਚੋਂ ਆ ਰਿਹਾ ਹੈ, ਭਗਤ ਰਚਨਾ ਦਾ ਹਿੱਸਾ ਹੈ। ਭਗਤ ਨਾਮਦੇਵ ਦੀ ਉਹਨਾਂ ਦੁਆਰਾ ਉਚਰਿਤ ਕੀਤੀ ਗਈ ਮੁਕਾਮੀ ਨਵਾਜ਼ਿਸ਼। ਆਓ ਮਰਿਆਦਿਤ ਢੰਗ ਦੇ ਨਾਲ ਇਹਨਾਂ ਗੁਰਬਚਨਾਂ ਦੀ ਵਿਆਖਿਆ ਪ੍ਰਾਰੰਭ ਕਰੀਏ। ਇੱਕ ਵਾਰ ਸਭ ਪ੍ਰੇਮ ਫਤਿਹ ਬੁਲਾਈ ਪ੍ਰਵਾਨ ਕਰ ਲੈਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਚਨ ਇਹਦਾ ਰਹਾਉ ਦਾ ਬੰਦ ਹੈ। ਪਹਿਲ ਪੁਰਸਾਬੇਰਾ ਅਥੋਨ ਪੁਰਸਾਦਮਰਾ, ਅਸਗਾ ਅਸ ਉਸਗਾ ਹਰ ਕਾ ਬਾਗਰਾ, ਨਾਚੈ ਪਿੰਦੀ ਮੈਂ ਸਾਗਰਾ। ਰਹਾਉ ਕਲਾਸੀਕਲ ਮਰਾਠੀ ਭਾਸ਼ਾ ਇਹਦੇ 'ਚ ਸਾਊਂਡ ਹੁੰਦੀ ਹੈ। ਅੱਖਰ ਭਾਵੇਂ ਗੁਰਮੁਖੀ ਨੇ, ਪਰ ਜੋ ਭਾਸ਼ਾਈ ਪੱਖ ਹੈ ਉਹ ਬ੍ਰਿਜ ਪ੍ਰਾਕ੍ਰਿਤ ਜਾਂ ਪੰਜਾਬੀ ਵਾਲਾ ਨਹੀਂ ਹੈਗਾ। ਆਪ ਬੜੀ ਆਸਾਨੀ ਨਾਲ ਇਸ ਨੂੰ ਅਹਿਸਾਸ ਸਕਦੇ ਹੋ। ਜੋ ਮੈਸੇਜ ਸਮੁੱਚੀ ਗੁਰਬਾਣੀ ਦੇ ਵਿੱਚ ਅਮਾਇਆ ਹੋਇਆ ਹੈ, ਬਿਲਕੁਲ ਉਹਦੇ ਪੈਰਲਰ ਇਹ ਸੰਦੇਸ਼ ਉਸ ਤਰੀਕੇ ਨਾਲ ਆ ਰਿਹਾ ਹੈ। ਪਹਿਲ ਪੁਰਸ਼ ਆਬਿਰਾ, ਸਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਆਪ ਹੀ ਸੀ, ਆਪ ਹੀ ਹੈ। ਜਿਹਨੂੰ ਅਸੀਂ ਕਹਿੰਦੇ ਇੱਕੋ ਓਂਕਾਰ, ਉਹ ਇੱਕ ਜਿਹੜਾ ਸਰਵਸਵ ਵਿਆਪਕ ਹੈ, ਜਿਹਦੀ ਹੋਂਦ ਵਿੱਚੋਂ ਸਭ ਦੀ ਹੋਂਦ ਹੈ, ਉਹਦੀ ਬਾਤ ਹੋ ਰਹੀ ਹੈ। ਮਨੁੱਖੀ ਦੁਨੀਆ ਦੇ ਵਿੱਚ ਅਸੀਂ ਦੇਖਦੇ ਹਾਂ, ਮਨੁੱਖ ਦੇ ਵਿੱਚ ਕੁਦਰਤ ਨੇ, ਜਿਸ ਨੂੰ ਅਸੀਂ ਬੜਾ ਕਿਊਰੀਅਸ ਹੋਣਾ ਕਹਿੰਦੇ ਹਾਂ, ਜਿਹੜੀ ਹਰ ਕਾਸੇ ਨੂੰ ਜਾਣਨ ਦੀ ਉਤਸੁਕਤਾ ਹੈ, ਇਹ ਕੁਦਰਤ ਨੇ ਭਰੀ ਇਹਦੇ ਵਿੱਚ। ਇਹਦੇ ਸਦਕਾ ਇਸ ਨੇ ਆਪਣੇ ਆਲੇ ਦੁਆਲੇ ਦੇ ਵਿੱਚ ਬੜੀਆਂ ਇਨੋਵੇਸ਼ਨਸ ਕੀਤੀਆਂ ਨੇ। ਕੁਦਰਤ ਦੇ ਹੋ ਰਹੇ ਸਮੁੱਚੇ ਐਵੋਲੂਸ਼ਨ ਨੂੰ ਇਸ ਨੇ ਸਮਝਿਆ ਹੈ। ਉਹਦੇ ਵਿੱਚੋਂ ਇਸ ਨੇ ਵੱਖਰੇ ਵੱਖਰੇ ਤਰੀਕੇ ਦੇ ਰਸ, ਵੱਖਰੇ ਵੱਖਰੇ ਤਰੀਕੇ ਦੀਆਂ ਸੁਵਿਧਾਵਾਂ, ਇਹ ਸਭ ਚੀਜ਼ਾਂ ਪ੍ਰਾਪਤ ਕੀਤੀਆਂ। ਪਰ ਫਿਰ ਵੀ ਜਿਹੜਾ ਹਿਊਮਨ ਮਾਈਂਡ ਆ, ਉਹ ਹਰ ਚੀਜ਼ ਦਾ ਅੰਤ ਦੇਖਣਾ ਚਾਹੁੰਦਾ ਹੈ, ਹਰ ਚੀਜ਼ ਨੂੰ ਕੰਪਲੀਟਲੀ ਮੰਨਣਾ ਚਾਹੁੰਦਾ ਹੈ, ਸੰਪੂਰਨ ਰੂਪ ਦੇ ਵਿੱਚ ਉਸ ਨੂੰ ਐਟਲੀਸਟ ਉਹਦੀ ਜਾਣਕਾਰੀ ਦਾ ਮਾਲਕ ਹੋਣਾ ਚਾਹੁੰਦਾ ਹੈ। ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਸਬਜੈਕਟ ਹੈ, ਹੂ ਇਜ਼ ਦ ਕ੍ਰੀਏਟਰ। ਆਖਿਰਕਾਰ ਸਿਰਜਣਹਾਰ ਕੌਣ ਹੈ? ਅਸੀਂ ਕਈ ਵਾਰੀ ਬੜੇ ਤਾਰਕਿਕ ਢੰਗ ਨਾਲੇ ਸਵਾਲ ਬਾਣੀ ਵਿੱਚੋਂ ਵੀ ਪੜ੍ਹਦੇ ਹਾਂ, ਆਪ ਵੀ ਕਰਦੇ ਹਾਂ, ਕਿ ਤੁਸੀਂ ਘਰੇ ਹੋਵੋ ਅਤੇ ਕੋਈ ਹੋਮਮੇਡ ਡਿਸ਼ ਹੋਏ, ਕੋਈ ਹੋਮਮੇਡ ਕੋਈ ਫੂਡ ਹੋਏ, ਉਹ ਤੁਹਾਨੂੰ ਪ੍ਰੈਜ਼ੈਂਟ ਕੀਤਾ ਜਾਏ, ਤੁਸੀਂ ਉਸ ਨੂੰ ਖਾਓ, 2-4 ਚਮਚ ਭਰੋ ਉਹਦੇ, ਉਸ ਤੋਂ ਬਾਅਦ ਤੁਹਾਨੂੰ ਬਹੁਤ ਟੇਸਟੀ ਲੱਗੇ, ਅਤੇ ਤੁਸੀਂ ਜਿਸ ਨੇ ਉਹ ਬਣਾਇਆ ਹੈ, ਜਿਸ ਨੇ ਉਸ ਸਾਰੇ ਨੂੰ ਕ੍ਰੀਏਟ ਕੀਤਾ ਐਕਚੁਅਲ ਲੈਵਲ 'ਤੇ, ਤੁਸੀਂ ਉਸ ਬਣਾਉਣ ਵਾਲੇ ਸ਼ੈਫ ਨੂੰ, ਉਸ ਬਣਾਉਣ ਵਾਲੇ ਉਸ ਬੇਕਰ ਨੂੰ, ਉਸ ਜਿਹਨੇ ਬੇਕ ਕੀਤਾ ਹੈ, ਜਿਹਨੇ ਕੁਝ ਬਣਾਇਆ ਹੋ, ਉਸ ਨੂੰ ਥੈਂਕਸ ਕਹਿਣਾ ਚਾਹੁੰਦੇ ਹੋ। ਤੁਸੀਂ ਪੁੱਛੋਗੇ, ਭਾਈ ਆ ਕਿਹਦੀ ਪਾਸ਼ ਕਲਾ ਹੈ ਭਾਈ ਇਹ ਕਿਹਦੇ ਹੱਥਾਂ ਦਾ ਜਾਦੂ ਹੈ? ਮੈਨੂੰ ਮੜ ਜਾ ਦੱਸੋ ਤੇ ਸਹੀ, ਕਿਹਨੇ ਬਣਾਇਆ ਆ, ਮੈਂ ਉਹਦਾ ਥੈਂਕਸ ਕਹਿ ਸਕਾਂ। ਜੋ ਤੁਹਾਨੂੰ ਜਵਾਬ ਇਹ ਮਿਲੇ ਕਿ ਭਾਈ ਇਹ ਜੋ ਪਦਾਰਥ ਹੈ, ਜੋ ਬਣੇ ਹੋਈ ਸਵੀਟ ਡਿਸ਼ ਆ, ਕੋਈ ਵੀ ਖਾਣ ਵਾਲੀ ਚੀਜ਼ ਹੈ, ਇਹੀ ਹੈ ਬਸ, ਬਣਾਉਣ ਵਾਲਾ ਕੋਈ ਨਹੀਂ ਹੈਗਾ। ਤੁਸੀਂ ਕਹੋਗੇ ਮੈਨੂੰ ਬੇਵਕੂਫ ਸਮਝਿਆ ਤੁਸੀਂ,
जे एक खीर कड़ा कस्टर्ड एनी काइंड ऑफ थिंग जे एग्जिस्ट करती है, इनू बनाने वाले हथ भी एग्जिस्ट करते हैं। ये लॉजिक है साडे संसार का, असीं इस तो बिना समझ नहीं सकते चीज़ों को। बाबा कबीर जी का बचन है, ओए जो अंबर दिसै तारे किन ओ चीते चीतन हारे। आसमानां ते चमक रहे तारे सियारे, इन्हां च किसने रंग भरे ने। आखिरकार कोई तो मुसव्वर है जिहड़ा कढ़ रहा सब कासे नूं, कोई तो है जिसने सारे कासे नूं सुरजीत किया है। क्या होए जो अंबर दिसै तारे किन ओ चीते चीतन हारे। कहो रे पंडित अंबर कांस्यों लागा। भाई ये वो विद्वान वो सियाणे, ये सारे का सारा खला किवें पसरिया होया चार चपेरे। जात मार के देखते सही। सो एक तार्किक वे नाल बात की गई। तो बात यह है कि बंदा सिरजना देखता है, सिरजनहार नूं लभना चाहुंदा है, तो फिर उन्होंने लभदा होया कई बार एक्सट्रीम भी चला जाता है। एक्सट्रीम दो रूप बनते ने दे। एक कि अपनी मनोकल्पित दुनिया विचों दी तस्वीर बना लेंदा है जिस चों स्टैचू वर्शिप निकली है, या इतना आवल बावल हो जाता है हर चीज़ नूं अपने रैशनल माइंड दे च पा के परखना ते गोखना चाहुंदा है। बिल्कुल सब कासे नूं वेखदा होया उस लैवल ते आ जांदा जिथे कहिंदा है कुछ भी बनाउण वाला नहीं गा, जस्ट ये चीज़ां ही एग्जिस्ट करदियां ने, इस ते पिछे कोई होर एग्जिस्टेंस नहीं हैगी। फिर इस चीज़ दे उत्ते आ जांदा। महाराज बयान करदे जे आपां सही ढंग नाल देखदे हां तो पता है लगता है कि आप ही ने आप साजियो। सानू नहीं पता उन्होंने किन्ने सजाया है, वो कदों सजिया है, वो किस रूप में सजिया आया, उसकी रूप रेखा कैसी होएगी। इसलिए बाबा जी ने बयान किया कि चक्र चिन्ह अर बरन जात अर पात नहन जे। ना दा कोई चक्र है, ना चिन्ह है, ना रूप है, ना रंग है। ਉਹਦੀ जात पात अंश बंश से की कहोगे, सूर्यवंशी सी कि चंद्रवंशी सीगा, वो फलां कुल विच आया कि फलां कुल विच आया। कौन कौन तय करेगा इस चीज़ को। महाराज कहते असीं इस सारे सवाल के सामने बहुत छोटे हो जाने हैं। इस बेअंत ते विशालता का रंग जिहड़ा आ, इसनूं सिर्फ माण जिन्ना समा मिले इनू जी इस सवाल विच उलझ के किसी उस पासे ना चला जाए जिथे जाके तेरा जिउना प्रभावित हो जाए, जिथे जाके तेनू ये चीज़ खुशी सुख या तसल्ली देने की बजाय तेनू होर ज़्यादा जिंदगी दे विच जिहड़ी जिन्हों कहने आ कि एक तरह नाल मिजरी क्रिएट करे, तेरे वास्ते एक आपदा क्रिएट करे उस रूप दे विच। सो इस करके बयान ये किया गया कि चक्र चिन्ह अर बरन जात अर पात नहन जे। रूप रंग अर रेख पेख को कह न सकत के। अचल मूर्त अनुभव प्रकाश अमितोज कहीजै। वो अनुभव प्रकाश है, जिवें जिवें अनुभूति वधदी है तो एहसास ओंकार जी का इत्थे ही हुंदा आले दुआले। बंदा जिवें जिवें वेखदा है अपने विच अपने आले दुआले विच सुरत उस लैवल ते आउण दी तुरी लगी जाती है। बंदे नूं एहसास हुंदा है करन कराउण वाला तो आपे आप ही है, मैं तो सिर्फ एक मिट्टी हाँ। इत्थे फिर वो जिहड़ी मैं दी हौं दा तसव्वुर है जिस बाबा नामदेव जी शब्द मुकाणगे जाके वो मुकदा है, फिर तू दा तसव्वुर आना शुरू हो जाता है। यही बंदगी यही भगती है। बाकी ये क्या जाए कि कौन है रब, कित्थे है रब, मैनू विखाओ, मैं रब नूं वेखना चाहुंदा। गुरु महाराज कहंदे आप ही ने आप साजियो, आप ही ने रचियो नाओ। दुई कुदरत साजी है, जो कुछ भी दिसदा है कुदरत ही है, तो कुदरत विच आप सज के बैठा आ, कुदरत विच भी उहदा अक्ष आ। पर यह सच्चाई है कि इस कुदरत नूं असीं माण हंडा रहे हैं, इहदे नाल ही साडी वाबस्तगी है। इस करके महाराज बयान करदे कुदरत करके वसिया सोए। कोई होर नहीं गा, वो आप ही कुदरत करके विच वसिया होया है। या किते बयान किया बलिहारी कुदरत वसिया तेरा अंत ना जाए लखिया। जात मैं जोत जोत मैं जाता कल कला भरपूर रहा।
तू अपनी जात करके पूरा आ ते तेरी जात तेरी जोत आ ते मैं उस तो बलिहार जाना, मैं उस तो वार नहीं जाना वा। बाकी मुकदी गल ये है, तुझ बेअंत दा मैं अंत किवें पावांगा। इत्थे मुकामी गल ये कह दित्ती, पहल पुरसाबेरा, पहलों वो आप ही है, आपे आप ही है। कदों सिरजिया है, किन्ने सिरजिया, किस रूप में सिरजिया है, असी कौन होने इस गल का जवाब देने वाले। पहल पुरसाबेरा, अथोन पुरसादम रा, फिर जिहड़ी उस पुरुष विचों एक आमद लैंदी है, जिन्हों माया कह लो, वस्तां कह लो, कुदरत कह लो, जिहदी बात हो रही सी, ये उहदा ही रूप असल विच आ रहा है। जिन्हों इस तरह भी बयान किया कि सूफिया ने, वो कहते एक अलफ पढ़ो छुटकारा है, एक अलफ पहला अखर एका, एक ओंकार जिन्हों असीं कह देने इस रूप दे विच। उस एके दा तसव्वुर सुरत च रखो, बाकी सब उहदा पसारा ते खलारा है। एक अलफ पढ़ो छुटकारा है, एक अलफ तो 1 2 3 4 होए, फिर लख करोड़ हज़ार होए, फिर उतों कई शुमार होए। इस अलफ का नुकता न्यारा है, एक अलफ पढ़ो छुटकारा है। ये ऐसा नुकता आ जे किते इन्ना कि समझ आ जाए तो बाकी सारी चीज़ जिहड़ी है उस उहदे विच पसरिया होया पसारा है। वो कहते बुलिया भी बोड़ दा बोया सी, वो बिरख बड़ा जो होया सी। एक छोटा जिहा बोड़ दा बीज, अदना जिहा बड़ा टाइनी एक सीड आ, उसनूं तुसीं जिहड़ा है उगदे हुए नूं वेखदे हो ते वो जदों वड्डा हुंदा ते इतना विशाल काय दरख्त बन जाता है। बंदा हैरान हो जाता है कि वो छोटा जिहा बीज इस रूप दे रूप बटा सकता है। यही उस जो अथोन पुरसादम रा, उस एक पुरुष तो अथोन रूप आया सारे का सारा। ये सारी कायनात आप उस दिन भी बयान कर रहे थे कि किते वैदिक फलसफा कुछ कह रहा है, कुछ कतेबी फलसफा कह रहा है, कुछ तुरेबी फलसफा कह रहा है। तो गुरु बाबा जी उन्होंने सारिਆਂ की बात पाउंदियां होया सानू नुकते दीयां गल्लां समझाउंदे, सानू बेसिक मतलब प्रिंसीपल लैवल दीयां गल्लां समझाउंदे, जिन्हों शब्दां च पढ़दे हैगे आ कि लख पातालां पाताल, लख आगासां आगास लख। वो क्या लखा ही पताल ने, लखा ही आगास ने। ओढ़क ओढ़क पालथ के वेद कहन एक बात। वैदिक रचनावां रचन वाले इहो जिहियां बातां करदे, पर औड़क औड़क आखिरकार भटकदियां सब करदियां कराउंदियां ये सब चीज़ां दे विचों कोई थॉट काना नहीं किते मिलिया। बस आही बात आई भी लखां आगास ने, लखां पाताल ने, बड़ा वड्डा ये बेअंतता का पसारा है स्वरूप दे विच। गुरु बाबा जी कहते ओढ़क ओढ़क पालथ के वेद कहन एक बात। सहस 18 कहन कतेबां, कतेबी दुनिया कह रही है 18 तबक ने बस इस रूप दे विच। उन्होंने एक अपना फलसफा बयान किया उस तरीके नाल। ते बाबा जी कहते जे मेरी बात मानते हो, असलू एक धात असूलन रूप दे विच बेस्ड ऑन द प्रिंसीपल, एक धात एक दा ही पसारा है सारा, उहदे विचों ही ये पुरसादमरा हो रहा सारा। सो उस पुरुष की ही आमद है सारे की सारी, रूप वटाया होया है उसने। सो उस रूप में बात लियांदी गई। मौलिक गल यह है जो ये बचन पढ़ते हैं, क्योंकि शब्द जड़ा अगे चलता है ना कि अथोन प्रसादमरा असगा अस उसका हर का बागरा नाचा पिंदी मैं सागरा। असगा अस उसका, मैं तुसी ते ओ, जिहदे च सारी दुनिया आ जाती। असगा अस उसगा, मैं तुसी ते ओ, भाव सब कुछ सब कासे दी बात की जाए। बंदे दी दुनिया दे विच मेर तेर बहुत है। मतलब मैं हो रहा, तुसी हो रहो, बगाना हो रहा है। असी रीसेंटली जड़ा हेटेड क्राइम आ इहदियां डिफरेंट वणगियां देख रहे हैं ना समाजां दे विच, जिन्हां समाजां दे विच कलोनीअल रूट्स विचों एक कंट्री सिरजियां गईयां, फिर हौली हौली चेंजिज आए। सैकेंड वर्ल्ड वार तो बाद फिर इमिग्रांट्स वास्ते ओपन खेले किते गए दरवाजे, फिर मतलब लगातार चेंजिज आए सोसाइटी दे विच। जो सोसाइटी दे विच ऑन द सरफेस पॉपूलेशन के डेमोग्राफिक्स बदल रहे ने, फिर एक अजीब तरह की हालत बन रही है। फिर कुछ जो कि जी रंग तो शक्लो सूरत है, रहन सहन है, ये तो वाजिब तौर पर नोटिसेबल चीज़ आ।
ਫਿਜ਼ੀਕਲ ਅਪੀਅਰੈਂਸ ਤੇ ਰਾਈਟ ਵੀ ਨਜ਼ਰ ਆਉਂਦੀ ਹੈ। ਸਾਡੇ ਤੇ ਇੱਕ ਸੂਬਾ ਜਿਹੜਾ ਆ ਉਹ ਇਹੋ ਜਿਹੇ ਬਿੱਲ ਹੀ ਪਾਸ ਕਰ ਰਿਹਾ ਕਿ ਜਿਹੜੇ ਲੋਕਾਂ ਦਾ ਫਿਜ਼ੀਕਲ ਅਪੀਅਰੈਂਸ ਹੈ, ਖਾਸ ਕਰਕੇ ਡਿਫਰੈਂਟ ਡੈਮੋਗ੍ਰਾਫਿਕਸ ਦੇ ਨਾਲ, ਉਸ ਨੂੰ ਅਸੀਂ ਉਵੇਂ ਨਹੀਂ ਰਹਿਣ ਦੇਵਾਂਗੇ। ਖਾਸ ਕਰਕੇ ਗਵਰਨਮੈਂਟ ਸਰਵਿਸਿਜ਼ ਦੇ ਵਿੱਚ ਅਸੀਂ ਉਹਨਾਂ ਸਾਰਿਆਂ ਨੂੰ ਇੱਕ ਸ਼ਕਲ ਵਿੱਚ ਲਿਆਉਣੀ ਚਾਹੁੰਦੇ ਹਾਂ, ਭਾਵ ਜਿਹਨਾਂ ਨੂੰ ਅੰਡਰ ਰਿਲੀਜੀਅਸ ਸਿੰਬਲ ਬੈਨ ਕੀਤਾ ਜਾ ਰਿਹਾ ਹੈਗਾ। ਇੱਕ ਬੜਾ ਇਸ ਤਰ੍ਹਾਂ ਕਹਿ ਲਿਆ ਜਾਏ ਕਿ ਨਫ਼ਰਤ ਦਾ ਬੜਾ ਸੁਧਰਿਆ ਹੋਇਆ ਤੇ ਬੜਾ ਪੋਲਿਸ਼ ਕੀਤਾ ਹੋਇਆ ਰੂਪ ਆ ਰਿਹਾ ਸਾਹਮਣੇ ਹੈ। ਪਿੱਛੇ ਕੰਮ ਇਸੇ ਕਿਸਮ ਦੀ ਮਾਨਸਿਕਤਾ ਕਰ ਰਹੀ ਹੈ ਕਿ ਭਾਈ ਇਹ ਅਨਐਕਸੈਪਟੇਬਲ ਨੇ, ਇਹ ਅਨਵਾਂਟਡ ਨੇ, ਇਹਨਾਂ ਨੂੰ ਅਸੀਂ ਵੈਲਕਮ ਨਹੀਂ ਕਹਿ ਸਕਦੇ। ਦੇ ਆਰ ਅਨਵੈਲਕਮਡ ਓਵਰ ਹੇਅਰ, ਵੀ ਕੈਨ ਨਾਟ ਅਲਾਓ ਦੈਮ। ਇਹ ਮੇਰ ਤੇਰ ਜਿਹੜੀ ਹੈ, ਤੇ ਜਿੰਨੀ ਵਧੇਗੀ ਬੰਦੇ ਦਾ ਇਹਦੇ ਅੰਦਰ ਭਲਾ ਨਹੀਂ ਹੋਏਗਾ। ਕਿਉਂਕਿ ਜਿਹਨੂੰ ਸਪਿਰਿਚੁਅਲਿਟੀ ਕਹਿ ਰਹੇ ਹਾਂ, ਸਪਿਰਿਚੁਅਲਿਟੀ ਨਾ ਹੀ ਇਨਕਲੂਸਿਵਨੈਸ ਦਾ ਆ, ਐਕਸਕਲੂਡ ਕਰਨ ਦਾ ਨਹੀਂਗਾ। ਸਭ ਕਾਸੇ ਨੂੰ ਅੰਡਰਸਟੈਂਡ ਕਰਕੇ ਉਹਦੇ ਵਿੱਚ ਪਈ ਹੋਈ ਜੋਤ ਨੂੰ ਅਹਿਸਾਸਣ ਦਾ ਆ। ਚੰਗੇ ਮਾੜੇ, ਭਲੇ ਬੁਰੇ, ਗੁਣ ਔਗਣ ਹਰ ਤਰ੍ਹਾਂ ਦੇ ਬੰਦਿਆਂ 'ਚ ਮਿਲ ਜਾਂਦੇ ਨੇ, ਸਭ 'ਚ ਮਿਲ ਜਾਂਦੇ ਨੇ। ਬੰਦਾ ਜਜਮੈਂਟਲ ਹੋ ਕੇ ਵਿਤਕਰੇ ਵਿੱਚ ਆ ਜਾਏ, ਇਸ ਕਿਸਮ ਦੀ ਪ੍ਰਵਿਰਤੀ ਦਾ ਧਾਰਨੀ ਹੋ ਜਾਏ, ਉਹ ਅਸਲ ਮਨੁੱਖੀ ਸੁੱਖ ਤੋਂ, ਮਨੁੱਖੀ ਸਕੂਨ ਤੋਂ ਟੁੱਟ ਜਾਏਗਾ ਤੇ ਸਮਾਜ ਲੌਂਗ ਰਨ ਦੇ ਵਿੱਚ ਉਹ ਤੋਂ ਸਫ਼ਰ ਕਰੇਗਾ। ਇਸੇ ਲਈ ਗੁਰੂ ਬਾਬਾ ਜੀ ਨੇ ਜਿਹੜੀ ਜੀਵਨ ਜਾਚ ਸਾਨੂੰ ਦਿੱਤੀ, ਉਹਦਾ ਮਰਕਜ਼ ਜਿਹੜਾ ਸੈਂਟਰਲ ਪੁਆਇੰਟ ਉਹ ਸੰਗਤ ਹੈ। ਸੰਗਤ ਦਾ ਮਤਲਬ ਕੀ ਸਭ ਬਣਦਾ ਹੈ? ਅਸੀਂ ਬਚਨ ਪੜ੍ਹਦੇ ਆ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਪਰਾਈ ਤਾਤ ਵਿਸਰ ਜਾਣੀ, ਮੇਰ ਤੇਰ ਵਿਸ ਜਾਣੀ, ਅਸਗਾ ਅਸ ਉਸਕਾ ਹਰ ਕਾ ਬਾਗਰਾ। ਕੋਈ ਵੀ ਹੈ ਉਹ ਸਭ ਹਰੀ ਕਾ ਬਾਗਰਾ, ਭਾਵ ਉਹਦਾ ਹੀ ਸੁਰਜੀਤ ਕੀਤਾ ਬਾਗ ਹੈ ਸਾਰਾ, ਉਸ ਰੂਪ ਵਿੱਚ ਨਜ਼ਰ ਪਏ। ਕੁਦਰਤ ਦੇ ਯਕਸ਼ ਨਕਸ਼ ਨੇ। ਅਸੀਂ ਫੁੱਲਾਂ ਨੂੰ ਦੇਖਦੇ ਹਾਂ ਨਾ, ਕੋਈ ਗਹਿਰੇ ਰੰਗ ਦਾ ਆ, ਕੋਈ ਫਿੱਕੇ ਰੰਗ ਦਾ ਆ, ਕੋਈ ਲਾਲ ਰੰਗ ਦਾ ਆ, ਕੋਈ ਪੀਲੇ ਰੰਗ ਦਾ ਆ। ਇਹ ਵੈਰਾਈਟੀ ਇਹ ਸਾਰੀ ਕੁਦਰਤੀ ਹੈ ਤੇ ਸਭ ਨੂੰ ਇੱਕੋ ਨਜ਼ਰ ਨਾਲ ਦੇਖਣਾ ਉਸ ਰੂਪ ਦੇ ਵਿੱਚ। ਸਾਰੇ ਆਪੋ ਆਪਣੀ ਰੰਗ ਦੇ ਮੁਤਾਬਕ, ਆਪੋ ਆਪਣੀ ਆਭਾ ਦੇ ਮੁਤਾਬਕ, ਆਪੋ ਆਪਣੀ ਸ਼ਕਲੋ ਸੂਰਤ ਦੇ ਮੁਤਾਬਕ ਇਸ ਕੁਦਰਤ ਵਿੱਚ ਆਪਣਾ ਹਿੱਸਾ ਪਾ ਰਹੇ ਨੇ। ਇਨ ਬਿਨ ਮਨੁੱਖੀ ਦੁਨੀਆ ਆ। ਜਦੋਂ ਧਰਮ ਦੇ ਨਾਂ ਦੇ ਉੱਤੇ ਇੱਕ ਬੜੇ ਸਟਰੋਂਗ ਸੈਕਰਡ ਤੇ ਪਰਿਪੱਕ ਇਮੋਸ਼ਨ ਦੇ ਨਾਲ ਬੰਦਾ ਕਿਸੇ ਰਿਲੀਜੀਅਸ ਬਲੀਵ ਵਿੱਚ ਚਲਾ ਜਾਂਦਾ ਹੈ, ਉਹ ਆਈਦਰ ਰਿਲੀਜਨ ਦੀ ਅੰਬਰੇਲਾ ਹੇਠ ਹੋ ਸਕਦਾ ਹੈ ਜਾਂ ਅੰਡਰ ਨੋਨ ਰਿਲੀਜਨ ਅੰਬਰੇਲਾ ਹੇਠ ਹੋ ਸਕਦਾ ਹੈ। ਜਿਵੇਂ ਐਥੀਜ਼ਮ ਦਾ ਅਸੀਂ ਦੇਖ ਰਹੇ ਹਾਂ ਤਰੀਕਾ, ਅੱਜ ਕੱਲ੍ਹ ਤਰੀਕੇਕਾਰ ਦਾ ਐਕਸਟ੍ਰੀਮ ਹੋ ਗਿਆ। ਤੇ ਉਹਦੇ 'ਚ ਫਿਰ ਬੰਦੇ ਨੂੰ ਲੱਗਦਾ ਕਿ ਜਿਹੜਾ ਮੇਰੇ ਤੋਂ ਵੱਖਰਾ ਸੋਚਦਾ ਹੈ, ਮੇਰੇ ਤੋਂ ਵੱਖਰੇ ਕਿਸਮ ਦੇ ਨਾਲ ਕੁਝ ਆਪਣੇ ਜੀਵਨ ਰਹਿਣ ਸਹਿਣ ਦੇ ਢੰਗ ਨੂੰ ਅਪਣਾਉਂਦਾ ਆ, ਉਹ ਠੀਕ ਨਹੀਂਗਾ। ਇੱਥੇ ਜਾ ਕੇ ਫਿਰ ਮੇਰ ਤੇਰ ਵੱਧਦੀ ਹੈ ਤੇ ਇਸ ਸਰਫੇਸ ਦੇ ਉੱਤੇ ਬੜਾ ਤੰਗ ਕਰਦੀ। ਹਰ ਬੰਦੇ ਨੂੰ ਸਪੋਜ਼ ਕਰੋ ਨਾ, ਕੋਈ ਕਿਸੇ ਨੂੰ ਮਾਰਨ ਵਾਸਤੇ ਤੁਰ ਪੈਂਦਾ ਅੰਡਰ ਸਮ ਸੋਰਟ ਆਫ ਬਲੀਵ ਇਨਫਲੂਐਂਸ ਕਿ ਆਹ ਚੀਜ਼ ਗਲਤ ਹੈ, ਚੀਜ਼ ਤੇ ਹੋਣੀ ਨਹੀਂ ਚਾਹੀਦੀ, ਮੈਂ ਹੁਣ ਸੁਧਾਰ ਦੇਣੀ ਹੈ ਸਾਰੀ। ਬੰਦਾ ਕੁਦਰਤ ਤੇ ਕੁਦਰਤ ਘੜਨ ਵਾਲੇ ਕਾਦਰ ਦਾ ਸ਼ਰੀਕ ਬਣਦਾ ਹੈ। ਇਹੀ ਔਰੰਗਜ਼ੇਬ ਦੀ ਬਿਰਤੀ ਹੈ, ਇਹ ਹਿਟਲਰ ਦੀ ਬਿਰਤੀ ਹੈ, ਨਾਜ਼ਿਜ਼ਮ ਇਹੀ ਹੈ। ਵੀ ਆਰ ਦਾ ਸੁਪੀਰੀਅਰ। ਸਾਡੇ ਤੋਂ ਬਿਨਾਂ ਕੋਈ ਵੀ ਚੀਜ਼ ਆ ਉਹ ਜਿਹੜੀ ਹੈ ਉਹ ਲੋਅਰ ਹੈ ਤੇ ਲੋਅਰ ਨੂੰ ਤਾਂ ਐਕਸੈਪਟ ਨਹੀਂ ਕੀਤਾ ਜਾ ਸਕਦਾ। ਮਹਾਰਾਜ ਕਹਿੰਦੇ ਅਸਗਾ ਅਸ ਉਸਕਾ ਹਰ ਕਾ ਬਾਗਰਾ, ਨਾਚਾ ਪਿੰਦੀ ਮੈਂ ਸਾਗਰਾ। ਪਿੰਦੀ ਇਸ ਨੂੰ ਕਹਿ ਲਓ ਕਿ ਜਿਹੜੀ ਖੂਹ ਦੀ ਟਿੰਡ ਹੁੰਦੀ ਹੈ। ਪੁਰਾਣੇ ਸਮੇਂ ਲੋਕੀ ਧਰਤੀ 'ਚੋਂ ਪਾਣੀ ਕੱਢਣ ਵਾਸਤੇ ਵੈਲਸ ਨੂੰ ਯੂਜ਼ ਕਰਦੇ ਸੀਗੇ। ਅੱਜ ਕੱਲ੍ਹ ਵੀ ਯੂਜ਼ ਕੀਤਾ ਹੁੰਦਾ। ਅੱਜ ਕੱਲ੍ਹ ਟਿਊਬ ਵੈਲ ਹੈ, ਟਿਊਬ ਪਾ ਕੇ ਛੋਟਾ ਵੈਲ ਬਣਾ ਕੇ 'ਚੋਂ ਮੋਟਰ ਨਾਲ ਪੰਪ ਕਰ ਲਿਆ ਜਾਂਦਾ ਪਾਣੀ। ਪੁਰਾਣੇ ਸਮੇਂ ਥੋੜ੍ਹਾ ਓਪਨ ਵੈਲ ਬਣਾਇਆ ਜਾਂਦਾ ਸੀਗਾ ਅਤੇ ਉਹਦੇ ਵਿੱਚੋਂ ਬਾਲਟੀਆਂ ਦੇ ਨਾਲ ਜਾਂ ਹੋਰ ਭਾਂਡਿਆਂ ਨਾਲ ਪਾਣੀ ਕੱਢਣਾ ਔਖਾ ਹੁੰਦਾ ਸੀ। ਫਿਰ ਉਹ ਇੱਕ ਇੰਜੀਨੀਅਰਿੰਗ ਸਿਸਟਮ ਇਹ ਕੱਢਿਆ ਗਿਆ ਕਿ ਉਹਦੇ 'ਤੇ ਇੱਕ ਗੋਲ ਵੀਲ ਲਾ ਲਿਆ ਜਾਏ। ਉਸ ਵੀਲ ਦੇ ਉੱਤੇ ਜਿਵੇਂ ਇੱਕ ਚੇਨ ਚੱਲਦੀ ਹੈ, ਇਸ ਚੇਨ ਦੀ ਪਟੇ ਦੀ ਤਰ੍ਹਾਂ ਰੱਸੇ ਪਾ ਦਿੱਤੇ ਜਾਣ, ਰੱਸਿਆਂ ਦੇ ਨਾਲ ਛੋਟੇ ਛੋਟੇ ਭਾਂਡੇ ਬੰਨ੍ਹਦੇ ਜਾਣ। ਜਦੋਂ ਵੀਲ ਮੂਵ ਕਰੇ ਤੇ ਉਹ ਭਾਂਡੇ ਪਾਣੀ ਥੱਲੇ ਭਰ ਕੇ ਚੱਕ ਕੇ ਉੱਤੇ ਲਿਆ ਕੇ ਬਾਹਰ ਉਦਲਦੇ ਰਹਿਣ। ਇਸ ਤਰੀਕੇ ਨਾਲ ਟਿੰਡਾਂ ਕਹਿੰਦੇ ਸੀ ਉਹਨਾਂ ਨੂੰ। ਤੇ ਟਿੰਡਾਂ ਦਾ ਪਾਣੀ ਜਿਹੜਾ ਆ ਦੇਖਿਆ ਜਾਏ, ਜੇ ਉਹਨੂੰ ਸਪੋਜ਼ ਕਰੋ
100 ਟਿੰਡਾਂ ਲੱਗੀਆਂ ਨੇ ਤੇ 100 ਦੇ ਵਿੱਚੋਂ 50 ਇੱਕ ਪਾਸੇ ਨੇ, 50 ਇੱਕ ਪਾਸੇ ਨੇ, 50 ਟਿੰਡਾਂ ਭਰ ਕੇ ਆ ਰਹੀਆਂ ਨੇ ਇਸ ਤਰੀਕੇ ਨਾਲ। ਤੇ ਹੁਣ ਹਰ ਇੱਕ ਟਿੰਡ ਦੇ ਵਿੱਚ ਪਾਣੀ ਕਿਸੇ 'ਚ ਥੋੜ੍ਹਾ ਘੱਟ ਹੈ, ਕਿਸੇ 'ਚ ਵੱਧ ਹੈ, ਕਿਸੇ 'ਚ ਪੂਰਾ ਭਰਿਆ, ਕਿਸੇ 'ਚ ਚੋਰਿਆ ਹੈ, ਇਸ ਤਰੀਕੇ ਨਾਲ। ਪਰ ਸੱਚਾਈ ਇਹ ਹੈ, ਪਾਣੀ ਤਾਂ ਇੱਕ ਹੀ ਹੈ ਸਾਰਿਆਂ 'ਚ, ਇਕੱਲਾ ਉਹ ਹੀ ਨਹੀਂ। ਜਿਹੜਾ ਥੱਲੇ ਖੂਹ ਹੈ ਉਹਦੇ 'ਚ ਵੀ ਪਾਣੀ ਉਹ ਹੈ, ਜਿਹੜਾ ਬਾਹਰ ਪਿਆ ਚਬੱਚੇ 'ਚ ਉਹ ਵੀ ਪਾਣੀ ਉਹੀ ਹੈ। ਸਾਡੇ ਸਾਰਿਆਂ ਦੇ ਵਿੱਚ ਸਾਂਝਾਪਨ ਰੱਬ ਦਾ ਜੀਵਨ ਆ। ਸਾਡੇ ਸਾਰਿਆਂ 'ਚ ਸਾਂਝੇ ਇਮੋਸ਼ਨਸ ਨੇ। ਕਿਸੇ ਨੂੰ ਕੁਝ ਚੀਜ਼ ਚੁੱਭਦੀ ਹੈ, ਜੇ ਸਪੋਜ਼ ਕਰੋ ਮੈਨੂੰ ਕੋਈ ਚੀਜ਼ ਦੁੱਖ ਦਿੰਦੀ, ਦੂਜੇ ਨੂੰ ਵੀ ਦੁੱਖ ਦਿੰਦੀ ਹੈ। ਜੇ ਮੈਨੂੰ ਭੁੱਖ ਲੱਗਦੀ, ਦੂਜੇ ਨੂੰ ਭੁੱਖ ਲੱਗਦੀ ਹੈ। ਇਹ ਸਾਂਝੇ ਤੌਰ 'ਤੇ ਇਸ ਤਰੀਕੇ ਨਾਲ ਦੇਖਣਾ। ਤੇ ਫਿਰ ਬੰਦਾ ਕਿਸੇ ਨੂੰ ਹਾਰਮ ਕਰਕੇ ਜਾਂ ਕਿਸੇ ਨੂੰ ਨੁਕਸਾਨ ਕਰਕੇ, ਕਿਸੇ ਦੀ ਬਖੀਲਗੀ ਕਰਕੇ, ਕਿਸੇ ਦੀ ਨਿੰਦਿਆ ਕਰਕੇ, ਕਿਸੇ ਨੂੰ ਨੀਵਾਂ ਵਿਖਾ ਕੇ ਆਪਣੇ ਆਪ ਨੂੰ ਉੱਚਾ ਕਿਵੇਂ ਬਣਾ ਸਕਦਾ ਹੈ? ਇਹ ਹੈ ਸਹੀ ਤਰੀਕੇ ਦੇ ਨਾਲ ਵਿਸਰ ਗਈ ਸਭ ਤਾਤ ਪਰਾਈ। ਇਹ ਹੈ ਪਰਾਈ ਤਾਤ ਨੂੰ ਵਿਸਾਰਨਾ। ਨਾ ਕੋ ਬੈਰੀ ਨਾ ਹੈ ਬੇਗਾਨਾ, ਇਹ ਧਰਮ ਆ। ਅਸਗਾ ਅਸ ਉਸਕਾ ਹਰ ਕਾ ਬਾਗਰਾ, ਨਾਚਾ ਪਿੰਦੀ ਮੈਂ ਸਾਗਰਾ। ਇਹਦੀ ਸਮਝ ਆ ਜਾਣੀ ਅੰਦਰ। ਗੁਰੂ ਮਹਾਰਾਜ ਅਹਿਸਾਸ ਕਰਾਉਂਦੇ, ਇੱਥੇ ਭਗਤ ਜੀ ਨੇ ਬਿਆਨ ਕੀਤਾ, ਮੈਨੂੰ ਇਹ ਸਮਝ ਲੱਗੀ ਹੈ, ਉਹ ਕਾਦਰ ਜਿਸ ਨੇ ਇਹ ਸਭ ਕਾਸੇ ਨੂੰ ਬਣਾਇਆ ਹੈ, ਉਹ ਆਪਣੇ ਆਪ ਤੋਂ ਆਪ ਬਣਿਆ ਹੈ। ਮੇਰਾ ਕੋਈ ਉਹ ਨਹੀਂ ਇਹਦੇ 'ਚ ਰੋਲ ਕਹਿ ਲਓ, ਜਾਂ ਮੇਰਾ ਕੋਈ ਐਬਿਲਿਟੀ ਨਹੀਂ ਹੈਗੀ, ਸਮਰੱਥਾ ਨਹੀਂ ਹੈਗੀ ਮੈਂ ਉਸ ਨੂੰ ਐਕਸਪਲੇਨ ਕਰ ਪਾਵਾਂ। ਤੇ ਸੱਚਾਈ ਇਹ ਹੈ, ਉਹਦੀ ਬਣਾਈ ਰਚਨਾ ਨੂੰ ਮੈਂ ਜੱਜ ਕਰਾਂ, ਮੈਂ ਕਮੀਆਂ ਖਾਮੀਆਂ ਕੱਢਾਂ, ਇਹ ਵੀ ਮੇਰੀ ਪਹੁੰਚ ਤੋਂ ਜਾਂ ਮੇਰੇ ਦਾਇਰੇ ਤੋਂ ਬਾਹਰ ਆਉਂਦਾ ਹੈਗਾ। ਇਸ ਕਿਸਮ ਦੀ ਬਾਤ ਕੀਤੀ ਜਾ ਰਹੀ ਹੈ ਨਾ ਬਚਨਾਂ ਦੇ ਵਿੱਚ। ਹੁਣ ਅੱਜ ਹੀ ਸ਼ੁਰੂਆਤ ਦੇ ਅੰਦਰ ਕਿਆ ਪਹਿਲ ਪੁਰੀਏ ਪੁੰਡਰਕ ਵਨਾ, ਤਾਂਚੇ ਹੰਸਾ ਸਗਲੇ ਜਨਾ। ਭਾਰਤੀ ਖਿੱਤੇ ਦੇ ਵਿੱਚ ਜਿਹੜੇ ਰਚਨਾਵਾਂ ਰਚੀਆਂ ਗਈਆਂ, ਆਪੋ ਆਪਣੇ ਐਕਸਪੀਰੀਅੰਸਿਸ ਲੋਕਾਂ ਨੇ ਸ਼ੇਅਰ ਕੀਤੇ, ਬਿਆਨ ਕੀਤੇ, ਕੁਝ ਲਿਖਾਵਟਾਂ ਵਿੱਚ, ਕੁਝ ਗੈਰ ਲਿਖਾਵਟਾਂ ਦੇ ਵਿੱਚ, ਜਿਹਦੇ 'ਚ ਇੰਡੀਅਨ ਮਿਥੋਲੋਜੀ ਆਉਂਦੀ ਹੈ, ਮਿਥਿਹਾਸ ਆਉਂਦਾ ਹੈ, ਸਭ ਬਹੁਤ ਸਾਰਾ। ਉਹਦੇ 'ਚ ਸਿੰਬੋਲਿਕ ਲੈਂਗੁਏਜ ਵੀ ਹੈਗੀ ਏ, ਉਹਦੇ 'ਚ ਮੈਟਾਫੋਰਸ ਵੀ ਹੈਗੇ ਨੇ, ਇਹੋ ਜਿਹੀਆਂ ਚੀਜ਼ਾਂ ਹੈਗੀਆਂ ਵੱਡੇ ਲੈਵਲ 'ਤੇ। ਉਹ 'ਚ ਮੰਨਿਆ ਜਾਂਦਾ ਕਿ ਸਭ ਤੋਂ ਪਹਿਲਾਂ ਇਸ ਧਰਤੀ ਦੇ ਉੱਤੇ ਕੌਲ ਦੇ ਫੁੱਲਾਂ ਦਾ ਇੱਕ ਵਣ, ਪੂਰਾ ਦਾ ਪੂਰਾ ਜੰਗਲ ਸੁਰਜੀਤ ਹੋਇਆ ਸੀਗਾ। ਉਸ ਤੋਂ ਬਾਅਦ ਅਗਾਂਹ ਫਿਰ ਐਵੋਲੂਸ਼ਨ ਹੋਇਆ, ਅੱਗੇ ਅੱਗੇ ਜੀਵਨ ਚੱਲਿਆ। ਭਗਤ ਜੀ ਨੇ ਬਿਆਨ ਕੀਤਾ, ਪਹਿਲ ਪੁਰੀਏ ਪੁੰਡਰਕ ਵਨਾ, ਭਾਵ ਸਭ ਤੋਂ ਪਹਿਲਾਂ ਪੁੰਡਰਕ ਦਾ ਵਨ, ਇੱਕ ਕੌਲ ਦੇ ਫੁੱਲਾਂ ਦਾ ਜੰਗਲ ਸਾਰਾ ਦਾ ਸਾਰਾ ਬਣਿਆ। ਹੁਣ ਇਸ ਨੂੰ ਫਿਰ ਮੈਂ ਬੇਨਤੀ ਕਰਾਂ, ਮੈਟਾਫੋਰ ਆ। ਜਦੋਂ ਅਸੀਂ ਸੰਸਾਰ ਵੱਲ ਦੇਖਦੇ ਹਾਂ, ਇੱਕੋ ਸਮੇਂ ਦੋ ਚੀਜ਼ਾਂ ਨੇ। ਜਿੱਥੇ ਕੌਲ ਦੇ ਫੁੱਲ ਬਹੁਤ ਹੋਣਗੇ, ਉੱਥੇ ਮੰਨ ਕੇ ਚੱਲੋ ਬਹੁਤ ਵੱਡਾ ਸਵੈਂਪ, ਦਲਦਲ ਵੀ ਹੋਏਗੀ, ਥੱਲੇ ਗਾਪ ਵੀ ਹੋਏਗੀ। ਕਿਉਂਕਿ ਕੌਲ ਦਾ ਫੁੱਲ ਦਲਦਲ ਤੋਂ ਬਿਨਾਂ ਨਹੀਂ ਹੋ ਸਕਦਾ। ਪਾਣੀ ਹੋਏਗਾ, ਬਹੁਤ ਸਾਰੀ ਦਲਦਲ ਹੋਏਗੀ, ਸੜਹਾਂਦ ਹੋਏਗੀ, ਗਾਰਾ ਹੋਏਗਾ, ਗਾਬ ਹੋਏਗੀ ਬਹੁਤ ਸਾਰੀ। ਜਦੋਂ ਸੰਸਾਰ ਨੂੰ ਦੇਖਦੇ ਹਾਂ, ਇਹਦੇ ਵਿੱਚ ਗੁਣ ਵੀ ਨੇ, ਇਹਦੇ 'ਚ ਔਗੁਣ ਵੀ ਨੇ। ਜਦੋਂ ਆਲੇ ਦੁਆਲੇ ਨੂੰ ਦੇਖਦੇ ਹਾਂ, ਤੁਹਾਨੂੰ ਗੁਣ ਵੀ ਨਜ਼ਰ ਪੈਣਗੇ, ਔਗੁਣ ਵੀ ਨਜ਼ਰ ਪੈਣਗੇ। ਤੁਹਾਨੂੰ ਦਲਦਲ ਵੀ ਦਿਸੇਗੀ, ਤੁਹਾਨੂੰ ਫੁੱਲ ਵੀ ਦਿਸੇਗਾ। ਹੁਣ ਇਹ ਹੈ, ਤੁਸੀਂ ਅਟੈਂਸ਼ਨ ਕਿਹਨੂੰ ਪੇ ਕਰ ਰਹੇ ਹੋ। ਕਈ ਵਾਰ ਬੰਦਾ ਅਟੈਂਡ ਹੀ ਦਲਦਲ ਕਰ ਰਿਹਾ ਹੁੰਦਾ ਲਗਾਤਾਰ, ਆਪਣੇ ਅੰਦਰ ਵੀ ਤੇ ਬਾਹਰ ਵੀ, ਫਿਰ ਸਾਰਾ ਸਭ ਗਾਰਬੇਜ ਨਜ਼ਰ ਆਉਂਦਾ। ਇਹ ਜਿਹੜੀ ਚੀਜ਼ ਆ, ਇਹ ਬੰਦੇ ਨੂੰ ਫਨਾਹ ਕਰਨ ਵਾਲੇ ਪਾਸੇ ਲੈ ਕੇ ਜਾਂਦੀ ਹੈ। ਉਹ ਕਹਿੰਦਾ ਹੈ ਕਿ ਬਾਹਰ ਵੀ ਕੁਝ ਚੰਗਾ ਨਹੀਂ ਗਾ, ਇਸ ਕਰਕੇ ਬਾਹਰ ਵੀ ਸਭ ਖਤਮ ਕਰ ਦਿਓ, ਅੰਦਰ ਵੀ ਕੁਝ ਚੰਗਾ ਨਹੀਂ, ਅੰਦਰ ਵੀ ਖਤਮ ਕਰ ਦਿਓ। ਇੱਥੋਂ ਇਹ ਐਕਟ ਨਿਕਲਦਾ, ਬੜਾ ਵਾਇਲੈਂਟ ਐਕਟ ਜਿਹੜਾ ਬੜਾ ਵੱਡਾ। ਈਵਨ ਸ਼ਾਸਤਰ ਤੇ ਸਾਡੇ ਘਰ ਵੀ ਅਸੀਂ ਤੇ ਡਿਸਪਲੇ ਤੇ ਲਾਏ ਨੇ, ਗੁਰੂ ਸਾਹਿਬ ਦੇ ਅਗਲੇ ਪਾਸੇ ਰੱਖੇ ਨੇ। ਦੇਗ ਤੇ ਇੱਕ ਫਲ ਦਾ ਕੌਨਸੈਪਟ ਹੈ। ਇੱਥੇ ਜਦੋਂ ਸ਼ਾਸਤਰ ਚੱਲਦੇ ਨੇ, ਤਾਂ ਇਸ ਕਰਕੇ ਨਹੀਂ ਚੱਲਦੇ ਕਿ ਕਿਸੇ ਨੂੰ ਫਨਾਹ ਕਰਨਾ ਹੈ, ਖਤਮ ਕਰਨਾ ਹੈ, ਮਾਰਨਾ ਹੈ, ਬਲਕਿ ਇਸ ਕਰਕੇ ਤਾਂ ਕਿ ਜਿਹੜੀ ਇਹੋ ਜਿਹੀ ਬਿਰਤੀ ਹੈ, ਜਿਹੜੀ ਸੰਸਾਰ ਨੂੰ ਤੇ ਮਨੁੱਖਤਾ ਨੂੰ ਫਨਾਹ ਕਰਨਾ ਚਾਹੁੰਦੀ ਹੈ, ਉਸ ਬਿਰਤੀ ਨੂੰ ਰੋਕਿਆ ਜਾਏ। ਮਨੁੱਖ ਨੂੰ ਮਨੁੱਖ ਦੇ ਤੌਰ ਤੇ ਜਿਉਣ ਦਾ ਹਕੂਕ ਦਿੱਤਾ ਜਾਏ, ਸਭ ਨੂੰ, ਬਿਨਾਂ ਸ਼ੱਕ ਉਹਦੀ ਪੂਜਾ ਅਰਚਨਾ ਕੁਝ ਹੋਏ, ਬਿਨਾਂ ਸ਼ੱਕ ਉਹਦਾ ਬਲੀਫ ਸਿਸਟਮ ਕੁਝ ਹੋਏ, ਬਿਨਾਂ ਸ਼ੱਕ ਉਹ ਮੇਰੇ ਨਾਲ ਸਹਿਮਤ ਨਾ ਵੀ ਹੋਏ,
क्योंकि ये संसार है चिक्कड़ ते कौल दे फुल्लां दा सुमेल है सारा। इत्थे भगत जी ने बयान किया, जिन्हों ये पहल पुरसाबरा अथोन पुरसादमरा की समझ आई, उसने भी समझ आ गई पहल पुरीए पुंडरक वना तांचे हंसा सगले जना। तो ये रहने वाले लोग हंस बिरती ने। हुण हंस बिरती बाणी का स्लोगन पढ़ो। बाणी ये कहती है, हम नहीं चंगे बुरा नहीं कोए, प्रणवत नानक तारै सोए। हम नहीं चंगे, बंदे की फितरत इस तो बिल्कुल उल्टा है। बंदा कहता मैं तो बड़ा चंगा, आले दुआले वाले सारे माड़े ने। जो सारे माड़े ने तो फिर तो बड़ी गड़बड़ है। ये जिहड़ी प्रवृत्ति ये बंदे दे विचों तां ही निकल पाएगी जो आले दुआले विच गुण देखेगा, वडियाइयां देखेगा। भगत रचनायां है, बाबा कबीर जी के बचन पढ़ते हैं, वो बयान करते, कबीर सब ते हम बुरे, हम तज भलो सब कोए। सब तो बुरा मैं ही हाँ, मैनू छड्ड के सारे ही भले ने। हुण ये गल जिहड़ी कीती जा रही है, ये की है? ये एहसास ये है कि मैं आले दुआले नूं वेखदा हाँ, उन्हां च गुण दिसदे ने, वडियाइयां दिसदियां ते प्रेरणा मिलदी है चंगा होना आ, अच्छे पासे जाना आ। इत्थे महाराज की बाणी च भगत जी कहते, तांचे हंसा सगले जना। सारे जन हंस ने, फिर चंगेरे ने। इसलिए गुरु बाबा जी ये जो वे ऑफ लाइफ अडॉप्ट कर ली, सानू इंस्पिरेशन देंदे, सबको मीत हम आपन कीना, हम सबना के साजन। मित्र बनाओ सारिਆਂ ਨੂੰ। हंस बिरती देखो, ਜਿਹੜਾ बुरा भी पेश आउंदा ਉਹਦੇ भी भले च पेश होया जाए। ये बिरती जिहड़ी है ये तां ही समझ आएगी। हंस ही सारा, ये ड्यूटी लाई कुदरत ने सारिਆਂ ਦੀ आपो अपनी, मेरी ये ड्यूटी ला दी है। सो इस करके क्या, तांचे हंसा सगले जना, कृष्णा ते जानो हर हर नाचंती नाचना। कृष्णा ते जानो, ये बाणीकारां दा एक कमाल है। मैटाफोर्स कई रूपां च एक एक मैटाफोर यूज़ करते। किते ये शब्द यूज़ किया गया कि एक कृष्णं तां सर्ब देवा, देव देवा तां आत्मा। भाव जिवें एक अवतारी पुरख कृष्ण जी का नाम लिया जाता भारती खिते दे विच, ते उसनूं रब के रूप में तस्वर किया जाता है। उत्थे क्या कि साडा जिहड़ा कृष्ण आ, वो सर्वस्व ओंकार सब विच विद्यमान रबी हस्ती नूं असीं कृष्ण मनने आ, उहदी बात कर दी गई। किते क्या काजी कृष्णा होवा, कृष्ण का रंग काला सीगा, ते काला रंग माया का भी हुंदा है, मैल का भी हुंदा है। उस रूप में बयान किया गया कि भाई वो बिल्कुल काजी काला हो गया, उसकी बिरती काली हो गई। किते आ बयान किया गया, कृष्णा ते जानो हर हर नाचंती नाचना। कृष्णा माया, जिवें असीं संसार नूं वेखदे हां, जो सब उही है, उन्हें सुरजीत किया आ, ਉਹਦੇ ਵਿੱਚੋਂ ਹੀ ਆਏ, ਉਹਦੇ ਵਿੱਚ ਹੀ ਆ ਜਾਣਾ है, ਕਿਸੇ 'ਚ फर्क कोई नहीं। फिर मेर तेर क्यों है इन्नी ज़्यादा, लड़ाई झगड़े क्यों ने, फिर मुफादियत क्यों है सारी। कृष्णा ते जानो, क्योंकि ये माया इल्यूजन समझ के पता लगेगा, असल च इल्यूजन भुलेखा ही है। तो इस भुलेखे च पए हुए लोग जिन्हों असी भरम कहने आ। भगत रविदास जी शब्द आपने कई बार पढ़िया सुनिया होना, माधवे क्या कहिए परम ऐसा, जैसा मानिए होए ना तैसा। जो मैं समझ के बैठा चीज़ां उवें तो नहीं हैगियां, पर मैं उहदे तो बाहर निकल ही नहीं पा रहा। मैं उस मेर तेर विच इस रूप च पिया हाँ। तो इस करके क्या, हे करतार, मेरी हालत इस किस्म की है कि माधवे क्या कहिए परम ऐसा, जैसा मानिए होए ना तैसा। जिहो जी चीज़ मैं मन के बैठा हो जी है तो नहीं, पर मेरे अंदरों ये चीज़ जा नहीं रही। इस करके हालत यह है, नरपत एक सिंहासन सोया, सुपने पया भिखारी, अछत राज बिछरत दुख पाया, सोगत पई हमारी। जिवें एक राजा सिंहासन ते बैठा सुपने चला गया नींद के दौरान, तो रो रहा मैं भिखारी हो गया। मेरी हालत बिल्कुल इन बिन ऐसी है। ये है चीज़। इत्थे जाके कृष्णा ते जानो, ये माया है, इल्यूजन स्वाद इंदी है। बंदा सियासन ते बैठा है, रो रहा है। असी बचन पढ़ते हैं, प्राणी क्या मेरा क्या तेरा, की मेरा ते की तेरा, तरवर पंख बसेरा। एक जिवें बिरख दे उत्ते पंछी का बसेरा है, इन्ना किते बसेरा आ। कोविड-19 आया,
सानू सिखाण वास्ते, सानू दसन वास्ते। हर चीज़ कुदरत की जिहड़ी है सानू दरसा रही है कुछ ना कुछ। बंदा अजे भी नहीं समझ पाया साडी होनी किन्ने किया। लास्ट ईयर जो शुरू दे विच मार्च अप्रैल दे स्ट्राइक किया आ, इन्ना फैटल, इतना ज़्यादा जिन्हों कह लो कि मोटल जिहड़ा सीगा मोर्टैलिटी रेट इतना हाई सीगा कि डर सहम फैलिया पिया सी चार चपेरे। तो उहदे च भी पता लग रहा सी वो ईरानी है, वो चाइनीज़ है, वो अरबी है, वो अमेरिकन है, वो यूरोपीयन है, वो एशियन है, कोकेशियन है, सब मर रहे हैं। होनी इन्नी की है। इसे करके गुरु बाबा जी ने कहा बंदे की पहचान सिर्फ इस तो वध नहीं है, हम आदमी हाँ एकदमी, यही पहचान है साडी। असी आदम या दम आ रहा तो है, दम नहीं आएगा नहीं होवांगे। कितनी छोटी जी कहानी है मनुख की, पर मनुख तो बहुत वड्डियां चीज़ां लैके बैठा मोढियां दे उत्ते। उन्हें तो दुनिया का सुधार भी करना आ, उन्हें तो किसी एक आइडियोलॉजी को प्रमोट भी करना आ, उन्हें तो संसार में एक रंग च रंगना आ, किसी अपने झंडे हेठ लैके आना आ। ये सारा कुछ कृष्णा ते जानो हर हर नाचंती नाचना, ये नाच हो रहा सारा, ये माया नचा रही इल्यूजन है। मनुखी कदरां कीमतां तो बंदा टुट रहा ड्यू टू दिस इन्फ्लुएंस, ड्यू टू दिस इलिटरेशन। भगत जी ये बात करते अगे बचन आया है कि नाचंती गोपी जना नैया ते बैरे करना तर्क ना चा प्रमिया चा। क्या नचंती गोपी जना इत्थे क्योंकि मैटाफोर कृष्ण वाला लिया गया सीगा ते हुण उहदे च थोड़ा अगे इजाफा किया भगत जी ने। उहदे च रासां रचाईआं जांदियां सीगियां। अजे भी लोकी जिवें नौटंकी करनी, रास रचाउणी, रासां दे विच नचना, किते कोई गरबे दे रूप विच आ, किते कोई डायरैक्टली। तुसीं देखिआ जिहड़ा कल्चर है सारा उहदे च चीज़ मौजूद है। जे डीप लैवल ते देखांगे ना, सब गोपियां ते जन नच रहे हैं। असीं नचा रही है माया, ते माया दी डोर उस करतार दे हत्थ विच है। ये नचंती गोपी जना नैया ते बैरे करना। जे नायक नूं असीं, नैया नायक असल अकाल पुरख वाहिगुरू, ਉਹਦੇ वाले पासे असी ਕੰਨ नहीं करांगे, ਉਹਨੂੰ ਅਸੀਂ स्रोत नहीं करांगे। ਇਹਨੂੰ फिर इस लैवल ਤੇ देखना, क्योंकि भगती ਦੇ सूत्र समझाए जा रहे हैं। ये बिल्कुल निचोड़ कह लो इस तरह का शब्द आया गुरु ग्रंथ साहब की विचारधारा का। गुरु नानक साहब ने बयान किया, बंदे तू ना सुनिया मनिया मन कीता भाओ, ये तेरी भगती है। लोकी बाहर जाके नहाते सी, बाबा जी कहते तेन बाहर नहाने की लोड़ ही नहीं, ना किसी दरिया ना किसी सरोवर विच, मैं तेनों अंतर आत्मे इशनान करना सिखा देना वा। सुनिया मनिया मन कीता भाओ, अंतरगत तीर्थ मल नहाओ। क्यों नहीं ये तीर्थ नहा लेंदे? हुण इस तो वधिया डिस्क्रिप्शन नहीं हो सकती ह्यूमन बिहेवियर इंप्रूव करने वास्ते। इसे रूप में फिर बाबा जी ने किते बयान किया, सुनन दियां जपजी साहब 4 पौड़ियां उचरित कीतियां। सुनो, सुनिया सिद्ध पीर सुरनाथ, सुनिया तरत तबला आकाश। वो सुनो जिहड़ा सिद्ध बना दे, वो सुनो जिहड़ा नाथ बना दे, वो सुनियो जिहड़ा तरत तबल ते आकाश समझा दे, वो सुनो। तो सुनिया वो भी जानता है जिहड़ा मनुख तो पशु बना दिंदा है। सुनिया वो भी जानता है जिहड़ा मनुख नूं हैवान बना दिंदा है। सुनिया वो भी जानता है जिहड़ा मनुख दे विच गुणां दी थां औगुणां नूं टका दिंदा है। जे उस नैया नायक नूं सुनोगे, रब दी होंद उहदे असल एहसास नूं सुनोगे, जीवन बदल भी सकता है। जिवें असीं समाज विच देखदे हां, बंदे नूं कुछ चीज़ां बेसिक तौर पर चाहिए ने। नंबर 1 जिंदगी जीण दा विजन। मैं जीवन विच कुछ चंगेरे पासे जाना आ, उहदे च फिर थोड़ा नैरो डाउन करके एक मिशन। जे मिशन ये बन गया कि ओके मेरी आइडियोलॉजी, वो भावें रिलीजन है, भावें नॉन रिलीजन है, भावें वो वे ऑफ लाइफ है, भावें मेरा
ਕਲਰ ਬਾਇਸ ਆ, ਭਾਵੇਂ ਕਲਚਰ ਬਾਇਸ ਆ, ਇਹ ਥਾਟ ਵਿੱਚ ਆ ਗਿਆ ਮੇਰਾ ਮਿਸ਼ਨ ਇਹਨੂੰ ਹੀ ਸਪੋਰਟ ਪ੍ਰਮੋਟ ਤੇ ਸਭ ਕੁਝ ਕਰਨਾ ਆ। ਫਿਰ ਉਹਦੇ ਵਾਸਤੇ ਭਾਵੇਂ ਗੈਰ ਮਨੁੱਖੀ ਵਰਤਾਰਾ ਵਰਤਾਉਣਾ ਪੈ ਜਾਏ, ਮੈਂ ਉਹਦੇ ਲਈ ਵੀ ਤਿਆਰ ਹਾਂ। ਫਿਰ ਜਾਂ ਮੇਰਾ ਮਿਸ਼ਨ ਮਨੁੱਖਤਾ ਨੂੰ ਹਾਸੇ ਵੰਡਣਾ ਆ, ਖੁਸ਼ੀਆਂ ਵੰਡਣਾ ਆ, ਸੁੱਖ ਵੰਡਣਾ ਆ। ਮੇਰਾ ਮਿਸ਼ਨ ਇਹ ਹੈ ਸਰਬੱਤ ਦੇ ਭਲੇ 'ਚ ਮੇਰਾ ਭਲਾ ਆ। ਇਹ ਮਿਸ਼ਨ ਬਣ ਗਿਆ ਜ਼ਿੰਦਗੀ ਦਾ। ਹੁਣ ਇਹੋ ਜਿਹੇ ਵਿਜ਼ਨ ਨੂੰ ਲੈ ਕੇ ਬੰਦਾ ਇਸ ਮਿਸ਼ਨ 'ਚ ਲੱਗ ਜਾਏ ਤੇ ਫਿਰ ਇਹਦੇ ਲਈ ਅਪਰੋਚ ਜਿਹੜੀ ਅਡਾਪਟ ਕੀਤੀ ਜਾਏ ਉਹ ਸਿੱਖਣ ਦੀ ਹੋਏ, ਸਿਖਾਉਣ ਦੀ ਨਹੀਂ ਹੋਏ। ਆਈ ਨੋ ਐਵਰੀਥਿੰਗ, ਯੂ ਗਾਇਜ਼ ਹੈਵ ਟੂ ਫੋਲੋ ਮੀ। ਨਾ, ਫਿਰ ਤੇ ਕੰਮ ਖਰਾਬ ਹੋ ਗਿਆ। ਫਿਰ ਤੇ ਮਿਸ਼ਨ ਸਾਕਾਰ ਹੀ ਨਹੀਂ ਹੋਣਾ। ਉਹ ਸਾਕਾਰ ਹੋਏਗਾ ਜੇ ਅਪਰੋਚ ਇਹ ਹੋਏ ਮੈਂ ਸਿੱਖਣਾ ਆ। ਇਸੇ ਲਈ ਜਿਵੇਂ ਅਸੀਂ ਕਬੀਰ ਬਾਅਦ 'ਚ ਬੇਨਤੀ ਚੌਪਈ ਪੜ੍ਹਦੇ ਹਾਂ, ਉਹ 'ਚ ਅੱਗੇ ਜਾ ਕੇ ਜ਼ਿਕਰ ਕੀਤਾ ਜਾਂਦਾ ਹੈ ਕਿ ਮੇਰਾ ਤਰਲਾ ਆ ਸਿੱਖ ਉਬਾਰ ਅਸਿੱਖ ਸੰਗ੍ਰਹੋ। ਸਿੱਖ ਨੂੰ ਉਬਾਰ, ਮੇਰੇ ਅੰਦਰ ਸਿੱਖਣ ਦੀ ਬਿਰਤੀ ਉੱਚੀ ਹੋਵੇ। ਜਿਹੜੀ ਅਸਿੱਖ ਬਿਰਤੀ ਆ ਉਹ ਸੰਘਾਰ ਦਿੱਤੀ ਜਾਏ, ਉਹ ਥੱਲੇ ਕਰਤੀ ਜਾਏ। ਇਹ ਅਪਰੋਚ ਅਡਾਪਟ ਕਰ ਲਈ ਜਾਏ। ਕਿਉਂ ਨਹੀਂ ਚੀਜ਼ਾਂ ਸਹੀ ਹੋਣਗੀਆਂ? ਇਹ ਨਾਇਕ ਨੂੰ ਮੰਨਣਾ ਹੈ। ਇਹ ਹੈ ਬਾਣੀ ਦੇ ਮੁਤਾਬਕ ਰੱਬ ਦੀ ਹੋਂਦ ਦਾ ਅਸਲ ਅਹਿਸਾਸ ਆ ਜਾਣਾ। ਬਾਕੀ ਤਾਂ ਕੋਈ ਸ਼ਕਲ ਸੂਰਤ ਮੈਂ ਸ਼ੁਰੂ 'ਚ ਬਿਆਨ ਕੀਤਾ ਹੈ ਨਹੀਂ ਗੀ, ਹੈ ਉਹੀ ਉਹ ਵਰਤ ਰਿਹਾ ਚਾਰ ਚੁਫੇਰੇ। ਪਰ ਕਿਉਂਕਿ ਜਦੋਂ ਸਰੋਤ ਇਲੂਜਨ ਇਸ ਕਿਸਮ ਦਾ ਦਿੱਤਾ ਗਿਆ, ਸਰੋਤ ਦੇ ਜ਼ਰੀਏ ਮਾਇਆਵੀ ਬਿਰਤੀਆਂ ਨੇ, ਸਭ ਕੁਝ ਸਾਹਮਣੇ ਹੁੰਦਿਆਂ ਸਭ ਕੁਝ ਪਤਾ ਹੁੰਦਿਆਂ, ਜਿਹਨੂੰ ਸਾਹਿਬ ਨੇ ਕਿਹਾ ਮਨ ਜਾਣੈ ਸਭ ਬਾਤ। ਇਹ ਨਹੀਂ ਕਿ ਕੋਈ ਜੱਗੋਂ 13ਵੀਂ ਗੱਲ ਹੈ ਕਿਤੇ ਧਰਮ ਦੀ ਦੁਨੀਆ 'ਚ ਜਾਂ ਗਿਆਨ ਦੀ ਦੁਨੀਆ 'ਚ, ਜਿਹੜੀ ਅਜੇ ਤੱਕ ਸਾਡੇ ਤੱਕ ਪਹੁੰਚੀ ਨਹੀਂ ਹੈਗੀ। ਅੱਜ ਤੇ ਇੰਟਰਨੈਟ ਦਾ ਵਰਲਡ ਆ। ਅੱਜ ਤੇ ਸਾਰੀ ਇਨਫੋਰਮੇਸ਼ਨ ਬੰਦਾ ਜੇਬ ਵਿੱਚ ਪਾ ਕੇ ਤੁਰਿਆ ਫਿਰਦਾ। ਤੇ ਇਹ ਨਹੀਂ ਕਿ ਇਕੱਲੀ ਜੇਬ ਵਿੱਚ ਪਾਈ ਹੈ, ਸੱਚਾਈ ਇਹ ਹੈ ਬਾਏ ਹਾਰਟ ਵੀ ਨੋ ਅ ਲੋਟ ਆਫ ਸਟਫ। ਸਾਨੂੰ ਪਤਾ ਹੀ ਹੈ ਆਲਮੋਸਟ। ਮਨ ਜਾਣੈ ਸਭ ਬਾਤ। ਮੁਸੀਬਤ ਇਹ ਹੈ ਜਾਨਤ ਹੀ ਔਗਣ ਕਰਾ। ਸਭ ਕੁਝ ਜਾਣਦਿਆਂ ਹੋਇਆ ਫਿਰ ਔਗਣਾਂ ਦੇ ਰਾਹ ਤੇ ਤੁਰਦਾ। ਕਾਹੇ ਕੀ ਕੁਸਲਾਤ, ਕਾਹਦਾ ਕੌਸ਼ਲ ਆ ਭਾਈ ਸਾਡਾ ਇਹ। ਅਸੀਂ ਕੀ ਸਮਝਦੇ ਕਿ ਵੀ ਆਰ ਵੈਰੀ ਐਕਚੁਅਲੀ ਐਕਸਪਰਟ, ਸਮਾਰਟ, ਜੀਨੀਅਸ, ਇੰਟੈਲੀਜੈਂਟ, ਵਟ ਐਵਰ adjective we really want to use, you can use it. But Baba is saying ਇਹ ਸਾਰੇ ਛੋਟੇ ਹੋ ਜਾਂਦੇ ਨੇ ਜਦੋਂ ਆਪ ਹੀ ਬੰਦਾ ਚੋਇਸਿਸ ਬਣਾਉਣ ਤੇ ਆਉਣ ਲੱਗਦਾ ਹੈ ਤੇ ਚੋਇਸਿਸ ਗਲਤ ਬਣਾ ਲੈਂਦਾ ਹੈ। ਮਨ ਜਾਣੈ ਸਭ ਬਾਤ, ਜਾਨਤ ਹੀ ਔਗਨ ਕਰੈ, ਕਾਹੇ ਕੀ ਕੁਸਲਾਤ। ਹਾਥ ਦੀਪ ਕੁਐਂ ਪਰ ਹੈ। ਹੱਥ ਤੇ ਦੀਵਾ ਰੱਖਿਆ, ਖੂਹ 'ਚ ਡਿੱਗ ਰਿਹਾ। ਰੌਸ਼ਨੀ ਹੈ। ਇਹ ਨਹੀਂ ਕਿ ਇਨਲਾਈਟਮੈਂਟ ਜਿਹੜੀ ਹੈ ਉਹ ਕੋਈ ਸਾਡੇ ਤੋਂ ਦੂਰ ਹੈ, ਸਾਡੀ ਪਹੁੰਚ ਨਹੀਂ ਉੱਥੇ। ਨਾ ਨਾ ਨਾ, ਐਵਰੀਥਿੰਗ ਇਜ਼ ਇਨ ਆਵਰ, ਯੂ ਕੈਨ ਸੇ, ਜਿਹੜੀ ਸਾਡੀ ਹੋਂਦ ਵਿੱਚ, ਸਾਡੇ ਸਰਕਲ ਵਿੱਚ ਆ। ਪਰ ਬੰਦੇ ਦੀ ਹਾਲਤ ਇਹ ਹੈ ਕਿ ਉਹਨੂੰ ਨਜ਼ਰ ਹੀ ਨਹੀਂ ਪੇ ਕਰ ਰਿਹਾ। ਸਭ ਜ਼ਿਕਰ ਕਰਦੇ ਨਈਆ ਤੇ ਬੈਰੇ ਕਰਨਾ, ਤਰਕ ਨਾ ਚਾ ਭਰਮੀਆਂ ਚਾ। ਤਰਕ ਨਾ ਚਾ, ਤਰਕ ਸਾਡਾ ਰੈਸ਼ਨਲ ਮਾਈਂਡ ਲੈ ਕੇ ਆਉਂਦਾ ਹੈ ਤੇ ਰੈਸ਼ਨਲ ਮਾਈਂਡ ਸਿਰਫ ਇੱਕ ਚੀਜ਼ ਨੂੰ ਮੰਨਦਾ ਹੈ, ਇਫ ਸਮਥਿੰਗ ਇਜ਼ ਹੈਪਨਿੰਗ ਇਨਸਟੈਂਟ, ਰਾਈਟ ਵੇ। ਇਹ ਬਚਪਨਾ ਹੁੰਦਾ ਆ। ਬੱਚਾ ਆ, ਉਹ 'ਚ ਬੜਾ ਇੰਪਲਸਿਵ ਬਿਹੇਵੀਅਰ ਹੁੰਦਾ ਹੈ। ਆਈ ਵਾਂਟ ਸਮਥਿੰਗ ਰਾਈਟ ਨਾਓ, ਹੁਣੇ। ਬੱਚੇ ਨੂੰ ਜਿਹੜੀ ਚੀਜ਼ ਫੈਮਿਲੀ ਇਨਵਾਇਰਮੈਂਟ ਨੇ ਸਿਖਾਣੀ ਹੁੰਦੀ ਹੈ ਨਾ, ਉਹ ਵੀ ਇੱਕ ਹੀ ਹੈ, ਧੀਰਜ, ਪੇਸ਼ੈਂਸ। ਇਹਦਾ ਦੂਜਾ ਨਾਂ ਸਹਿਜ ਹੈ, ਇਹਦਾ ਦੂਜਾ ਨਾਂ ਵਿਜ਼ਡਮ ਹੈ, ਇਹਦਾ ਦੂਜਾ ਨਾਂ ਪ੍ਰੋਪਰ ਬਿਹੇਵੀਅਰ ਹੈ। ਇਹ ਹੈ ਜਿੱਥੇ ਦੀ ਜਾਂਚ ਆ ਗਈ, ਥਿੰਗਸ ਵਿਲ ਹੈਪਨ, ਡੋਂਟ ਵਰੀ, ਚੀਜ਼ਾਂ ਹੋ ਜਾਣਗੀਆਂ। ਕੁਦਰਤ ਕਰਨ ਵਾਲੀ ਹੈ ਤੇ ਹੋਏਗਾ ਜਿਵੇਂ ਜਿਵੇਂ ਹੋਣਾ ਹੈ। ਪਰ ਬੰਦਾ ਇੰਪੇਸ਼ੈਂਟ ਹੋ ਜਾਂਦਾ ਤੇ ਇੰਨਾ ਜਲਦੀ ਹੁਣੇ ਇੰਸਟੈਂਟ ਸੈਟਿਸਫੈਕਸ਼ਨ ਚਾਹੀਦੀ ਹੈ, ਇੰਸਟੈਂਟ ਹੈਪੀਨੈਸ ਚਾਹੀਦੀ ਹੈ।
ਜਦੋਂ ਚੀਜ਼ ਐਵੇਂ ਨਹੀਂ ਵਾਪਰਦੀ, ਅੰਦਰਲਾ ਰੈਸ਼ਨਲ ਮਾਈਂਡ ਕਹਿੰਦਾ ਨਹੀਂ ਹੋਏਗਾ, ਬਸ ਹੋਪਲੈਸ ਇੱਥੋਂ ਆ ਜਾਂਦਾ ਬੰਦਾ। ਇਟਸ ਨੋਟ ਗੋਣਾ ਹੈਪਨ। ਹਕੀਕਤ ਇਹ ਹੈ, ਅੱਜ ਇਲੈਕਟ੍ਰੀਸਿਟੀ ਅਸੀਂ ਮੰਨਦੇ ਹਾਂ, ਜਦੋਂ ਜਿੱਥੇ ਦੀ ਇਨਵੈਂਸ਼ਨ ਹੁੰਦੀ ਹੈ, ਯੂ ਮਾਈਟ ਹੈਵ ਰੈਡ ਇਨਿਸ਼ਲੀ ਬੁੱਕਸ, ਜਿਸ ਬੰਦੇ ਨੇ ਇਨਵੈਂਸ਼ਨ ਕੀਤੀ 900+ ਟਾਈਮ ਉਹ ਫੇਲ ਹੋਇਆ, 900+ ਟਾਈਮ। ਇੱਥੇ ਬੰਦਾ ਇੱਕ ਵਾਰੀ ਫੇਲ ਹੋ ਜਾਏ, ਬੰਦਾ ਕਹਿੰਦਾ ਦੁਬਾਰਾ ਨਹੀਂ ਹੋਣਾ, ਨਾ ਛੱਡੋ ਪਰਾਂ। ਰੈਸ਼ਨਲ ਮਾਈਂਡ ਕਹਿਣਾ ਸ਼ੁਰੂ ਕਰਦਾ ਹੋਣਾ ਹੀ ਨਹੀਂਗਾ। ਇਹ ਜਿਹੜੀ ਧੁਨ ਆ ਅਧਿਆਤਮੀ ਦੁਨੀਆ ਦੇ ਵਿੱਚ, ਦੇਖੋ ਪੈਰ ਪੈਰ ਤੇ ਗਲਤੀਆਂ ਹੋਣਗੀਆਂ, ਡਿੱਗਾਂਗੇ ਫਿਰ ਉੱਠਾਂਗੇ, ਡਿੱਗਾਂਗੇ ਫਿਰ ਉੱਠਾਂਗੇ। ਇਸ ਲਈ ਨਿਤਨੇਮ ਹੈ, ਇਸ ਲਈ ਸਤਸੰਗਤ ਹੈ। ਬੰਦੇ ਨੇ ਆਪਣੇ ਆਪ ਦਾ ਸੁਧਾਰ ਕਰਨਾ ਹੈ, ਆਪਣੇ ਆਪ ਨੂੰ ਉੱਪਰ ਲੈ ਕੇ ਜਾਣਾ ਹੈ, ਤੇ ਉਸ ਤਰੀਕੇ ਨਾਲ ਲੈ ਕੇ ਜਾਣਾ ਹੈ ਜਿਹਦੇ ਸਦਕਾ ਇਹਦੇ ਅੰਦਰ ਹਿਊਮਨ ਵੈਲਿਊਜ਼ ਜਿਹੜੀਆਂ ਨੇ ਉਹ ਸਹਿਜ ਸੁਭਾਏ ਆਪਣੇ ਆਪ ਪ੍ਰਗਟ ਹੋਣੀਆਂ ਸ਼ੁਰੂ ਹੋ ਜਾਣ। ਇਹ ਜੀਵਨ ਦੀ ਅਸਲ ਖੁਸ਼ੀ ਹੈ। ਪਰ ਜਦੋਂ ਬਹੁਤ ਜ਼ਿਆਦਾ ਬੰਦਾ ਤਾਰਕਿਕ ਹੋ ਕੇ ਸੋਚਦਾ ਆ, ਫਿਰ ਭਰਮ ਜਾਂਦਾ, ਭਟਕ ਜਾਂਦਾ ਹੈ, ਫਿਰ ਉਹਦੀ ਜਿਹੜੀ ਹੈ ਉਹ ਮਿਜ਼ਰੇਬਲ ਪਿਕਚਰ ਬਣਦੀ ਹੈ। ਇੱਥੇ ਭਗਤ ਜੀ ਨੇ ਕਿਹਾ, ਤਰਕ ਨਾ ਚਾ ਭਰਮੀਆਂ ਚਾ ਕੇਸਵਾ ਬਚੋਨੀ ਅਈਏ ਮਈਏ ਏਕ ਆਨ ਜੀਓ। ਜਿਹੜਾ ਉਹ ਕੇਸੋ ਹੈ, ਜਿਹਦੇ ਅਸੀਂ ਸਾਰੇ ਦੇ ਸਾਰੇ, ਕੇਸ ਵਾਲਾਂ ਨੂੰ ਕਿਹਾ ਜਾਂਦਾ ਵੈਸੇ, ਇਹ ਵੀ ਮੈਟਾਫੋਰ ਆ, ਜਿਹਦੀਆਂ ਅਸੀਂ ਸਾਰੇ ਦੇ ਸਾਰੇ ਇਹ ਜਟਾਵਾਂ ਰੂਪ ਆ ਸਾਰੇ, ਜਿਹਦੇ ਵਿੱਚੋਂ ਅਸੀਂ ਆਏ ਹਾਂ। ਉਹ ਕਿਹਾ ਅਈਏ ਮਈਏ ਏਕ ਆਨ ਜੀਓ, ਸਭ ਉਹਦੀ ਅਕਾਲ ਪੁਰਖ ਵਾਹਿਗੁਰੂ ਦੀ ਹੀ ਇਹ ਸਾਰੀ ਦੀ ਸਾਰੀ ਆਭਾ ਮੰਡਤ ਹੈ। ਪਿੰਦੀ ਊਪ ਕਲੇ ਸੰਸਾਰਾ ਪਰਮ ਆਏ ਤੁਮ ਚੇ ਦੁਆਰਾ। ਜਿਹੜਾ ਸਾਰਾ ਸੰਸਾਰ ਬਣਾਉਣ ਵਾਲਾ ਹੈ, ਉਹ ਹਰ ਇੱਕ ਪਿੰਦੀ ਦੇ ਵਿੱਚ, ਹਰ ਇੱਕ ਟਿੰਡ 'ਚ ਧੜਕ ਰਿਹਾ ਹੈ। ਸਾਰਾ ਜੀਵਨ ਉਹਦੇ ਵਿੱਚੋਂ ਮੰਡਿਤ ਹੋ ਕੇ ਆ ਰਿਹਾ ਹੈ। ਪਿੰਦੀ ਊਪ ਕਲੇ ਸੰਸਾਰਾ ਪਰਮ ਆਏ ਤੁਮ ਚੇ ਦੁਆਰਾ। ਫਿਰ ਇੱਕ ਜਗਿਆਸੂ ਦੇ ਤੌਰ ਤੇ ਭਗਤ ਜੀ ਰੱਬ ਜੀ ਅਰਦਾਸ ਕਰਦੇ, ਰੱਬਾ ਮੈਂ ਸਭ ਭਟਕਦਾ ਹੋਇਆ ਆਖਿਰਕਾਰ ਤੇਰੇ ਦੁਆਰ ਪਹੁੰਚ ਗਿਆ। ਪਰਮ ਆਏ ਤੁਮ ਚੇ ਦੁਆਰਾ ਤੂੰ ਕੁਨ ਰੇ ਮੈਂ ਜੀ ਨਾਮਾ। ਸਪੋਜ਼ ਇੱਕ ਅਧਿਆਤਮੀ ਜਗਿਆਸੂ ਇਸ ਕਿਸਮ ਦੀ ਅਰਦਾਸਾਂ ਕਰਦਾ, ਦਾਤਾ ਬਚਾਈ ਇਸ ਪਹਿਲ ਪੁਰਸਾਬਰਾ ਥੋਨ ਪੁਰਸਾਦਮਰਾ, ਜੋ ਸਭ ਕੁਛ ਤੇਰੇ ਤੋਂ ਬਣਿਆ, ਤੂੰ ਬਣਾਉਣ ਵਾਲਾ, ਪਹਿਲਾਂ ਤੂੰ ਸੀਗਾ, ਅਖੀਰ ਤੂੰ ਹੈ, ਤੇਰੇ ਵਿੱਚੋਂ ਹੀ ਅਮਾਇਆ, ਤੇਰੇ 'ਚ ਹੀ ਅਮਾ ਜਾਣਾ ਆ। ਮੈਂ ਤੇਰੇ ਦੁਆਰ ਆਵਾਂ ਤੇ ਮੈਂ ਇਸੇ ਅਹਿਸਾਸ ਵਿੱਚ ਜੀਵਾਂ। ਤੇ ਸਪੋਜ਼ ਇਹ ਸਭ ਪੁੱਛਦਾ ਪਛਾਂਦਾ ਹੋਇਆ ਰੱਬ ਦੇ ਦਰ ਤੱਕ ਪਹੁੰਚਿਆ ਸੁਰਤ ਕਰਕੇ, ਤੇ ਉਹਦਾ ਜਾ ਕੇ ਡੋਰ ਨੋਕ ਕਰ ਦਿੱਤਾ, ਤੇ ਉਹ ਕਹਿੰਦੇ ਪਰਮ ਆਏ ਤੁਮ ਚੇ ਦੁਆਰਾ ਤੂੰ ਕੁਨ ਰੇ। ਜੋ ਪੁੱਛੇ ਕੌਣ ਹੈ ਭਾਈ ਤੂੰ, ਜਿਹੜਾ ਇਸ ਕਿਸਮ ਦੀ ਸੋਚ ਦਾ ਧਾਰਨੀ ਹੋ ਕੇ ਮੇਰੇ ਦੁਆਰ ਤੇ ਆ ਰਿਹਾ। ਕਹਿੰਦੇ ਮੈਂ ਜੀ ਨਾਮਾ। ਉਹ ਕਹਿੰਦੇ ਮੈਂ ਨਾਮਾ ਆ। ਤਾਂ ਕੋਈ ਜਵਾਬ ਆਉਂਦਾ, ਹਾਂ ਜੀ ਤੂੰ ਅਜੇ ਹੈ। ਮੀਨ ਬੰਦੇ ਦੀ ਹਾਂ ਦੀ ਹੋਂਦ ਹੀ ਖਤਮ ਹੋਏ, ਇਹੀ ਅਧਿਆਤਮਕਤਾ ਹੈ। ਤੂੰ ਕਰਤਾ ਤੂੰ ਭਇਆ ਮੁਝ ਮੈਂ ਰਹਾ ਨਾ ਹੂੰ। ਉਹ ਕਹਿੰਦੇ ਜੇ ਤੂੰ ਹੈ, ਕਹਿੰਦੇ ਆਲਾ ਤੇ ਨਿਵਾਰਨਾ ਜਮ ਕਾਰਨਾ, ਬਸ ਇਸੇ ਚੀਜ਼ ਤੋਂ ਨਿਵਾਰਨਾ ਮਾਲਕ। ਮੇਰੀ ਹੋਂਦ ਨਾ ਹੋਏ, ਬਲਕਿ ਤੇਰੀ ਹੀ ਹੋਂਦ ਹੋਏ। ਬਸ ਮੈਂ ਨਾ ਹੋਵਾਂ, ਮੈਂ ਤੂੰ ਹੋ ਜਾਵਾਂ। ਮੇਰੇ ਅੰਦਰ ਇਹ ਅਹੰਗ ਬਿਰਤੀ ਬਿਲਕੁਲ ਖਤਮ ਹੋ ਜਾਏ, ਅਸਲ ਸੱਚਾਈ ਨੂੰ ਸਮਝ ਕੇ ਉਹਦੇ ਵਿੱਚ ਜੀ ਸਕਾਂ, ਹੰਸ ਬਿਰਤੀ ਜਾ ਸਕਾਂ, ਪੁੰਡਰਕ ਵਨਾ ਉਸ ਕੌਲ ਦੇ ਫੁੱਲਾਂ ਦੀ ਬਿਰਤੀ 'ਚ ਜਾ ਸਕਾਂ। ਇਹਦੀ ਮੇਰੇ ਤੇ ਨਵਾਜ਼ਿਸ਼ ਕਰੀ। ਸਾਹਿਬ ਰਹਿਮਤ ਕਰਨ ਇਹਨਾਂ ਆਲਮੀ ਅਗੰਮੀ ਵਾਕਿਆਂ 'ਚੋਂ ਚੰਗੇਰੀ ਪ੍ਰੇਰਣਾ ਮਿਲੇ, ਅਸੀਂ ਗੁਰਮਤੀਏ ਹੋ ਸਕੀਏ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਭੁੱਲਾਂ ਗਲਤੀਆਂ ਨਾ ਚਤਾਰਿਓ ਜੇ। ਸਭ ਪ੍ਰੇਮ ਆਵਾਜ਼ ਦੇ ਕੇ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।